4 ਜੂਨ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 4 ਜੂਨ ਦੇ ਇਤਿਹਾਸ ਬਾਰੇ। ਤਮਿਲਨਾਡੂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅੰਨਾਮਲਾਈ ਕੁਪੁਸਵਾਮੀ ਦਾ ਜਨਮ 4 ਜੂਨ 1984 ਨੂੰ ਹੋਇਆ ਸੀ। ਅੰਨਾਮਲਾਈ ਭਾਜਪਾ ਦੇ ਕਿਸੇ ਵੀ ਰਾਜ ਦੇ ਹੁਣ ਤੱਕ ਦੇ ਸਭ ਤੋਂ ਛੋਟੀ ਉਮਰ ਦੇ ਸੂਬਾ ਪ੍ਰਧਾਨ ਹਨ। ਅੰਨਾਮਲਾਈ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ IPS ਅਧਿਕਾਰੀ ਸਨ। ਉਹਨਾਂ ਨੂੰ ਦੱਖਣ ਦਾ ਸਿੰਘਮ ਵੀ ਕਿਹਾ ਜਾਂਦਾ ਹੈ। ਅੰਨਾਮਲਾਈ ਆਪਣੇ ਅਸਤੀਫੇ ਦੇ ਸਮੇਂ ਦੱਖਣੀ ਬੈਂਗਲੁਰੂ ਦੇ DCP ਅਹੁਦੇ ਤੇ ਤੈਨਾਤ ਸਨ। ਉਹਨਾਂ ਨੇ ਮਈ 2019 ਵਿੱਚ ਪੁਲਿਸ ਵਿਭਾਗ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਕਰਨਾਟਕ ਦੇ ਉਡੁਪੀ ਜ਼ਿਲ੍ਹੇ ਦੇ SP ਵੀ ਰਹਿ ਚੁੱਕੇ ਹਨ। ਅੰਨਾਮਲਾਈ ਅਗਸਤ 2020 ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ ਸਨ। ਫਿਰ ਭਾਜਪਾ ਨੇ ਉਹਨਾਂ ਨੂੰ 9 ਜੁਲਾਈ 2021 ਨੂੰ ਤਮਿਲਨਾਡੂ ਭਾਜਪਾ ਦਾ ਸੂਬਾ ਪ੍ਰਧਾਨ ਬਣਾਇਆ। ਇਸ ਦੇ ਨਾਲ ਹੀ ਪਾਰਟੀ ਨੇ ਉਹਨਾਂ ਨੂੰ ਤਮਿਲਨਾਡੂ ਵਿਧਾਨ ਸਭਾ ਚੋਣਾਂ 2021 ਲਈ ਅਰਜ਼ਕਾਰੀ ਸੀਟ ਤੋਂ ਟਿਕਟ ਵੀ ਦਿੱਤੀ ਗਈ, ਪਰ ਉਹ 24,000 ਵੋਟਾਂ ਨਾਲ ਹਾਰ ਗਏ। ਇਸ ਵਾਰ 98ਵੀਂ ਲੋਕ ਸਭਾ ਚੋਣਾਂ 'ਚ ਅੰਨਾਮਲਾਈ ਭਾਜਪਾ ਦੀ ਟਿਕਟ ਦੇ ਕੋਇੰਬਟੂਰ ਲੋਕ ਸਭਾ ਸੀਟ ਤੋਂ ਚੋਣ ਅਖਾੜੇ 'ਚ ਹਨ। ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਲੈ ਕੇ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਅੰਨਾਮਲਾਈ ਤੇ ਬਹੁਤ ਭਰੋਸਾ ਹੈ। ਭਾਜਪਾ ਦਾ ਮੰਨਣਾ ਹੈ ਕਿ ਅੰਨਾਮਲਾਈ ਦੱਖਣੀ ਭਾਰਤ ਵਿੱਚ ਪਾਰਟੀ ਦੀ ਸਥਿਤੀ ਨੂੰ ਮਜ਼ਬੂਤ ਕਰ ਰਹੀ ਹੈ। 4 ਜੂਨ 1959 ਨੂੰ ਸੁਤੰਤਰ ਪਾਰਟੀ ਨਾਂ ਦੀ ਨਵੀਂ ਰਾਸ਼ਟਰਵਾਦੀ ਪਾਰਟੀ ਦਾ ਗਠਨ ਕੀਤਾ ਗਿਆ ਸੀ। ਭਾਰਤ ਦੇ ਆਖਰੀ ਗਵਰਨਰ ਜਨਰਲ ਭਾਰਤ ਰਤਨ ਚੱਕਰਵਰਤੀ ਰਾਜਗੋਪਾਲਾਚਾਰੀ ਨੇ ਆਪਣੇ ਸਾਥੀਆਂ NG ਰੰਗਾ ਅਤੇ ਮੀਨੂ ਮਸਾਨੀ ਵਰਗੇ ਦਿੱਗਜਾਂ ਨਾਲ ਸੁਤੰਤਰ ਪਾਰਟੀ ਬਣਾਈ ਸੀ। ਇਸ ਪਾਰਟੀ ਦਾ ਮਕਸਦ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀਆਂ ਸਮਾਜਵਾਦੀ ਨੀਤੀਆਂ ਦਾ ਵਿਰੋਧ ਕਰਨਾ ਸੀ। 1959 ਵਿੱਚ ਪਾਰਟੀ ਦੇ ਗਠਨ ਤੋਂ ਬਾਅਦ ਪਹਿਲੀਆਂ ਲੋਕ ਸਭਾ ਚੋਣਾਂ 1962 ਵਿੱਚ ਹੋਈਆਂ। ਇਸ ਚੋਣ ਵਿੱਚ ਨਵੀਂ ਬਣੀ ਸੁਤੰਤਰ ਪਾਰਟੀ ਨੇ 18 ਲੋਕ ਸਭਾ ਸੀਟਾਂ ਜਿੱਤੀਆਂ ਸਨ। ਬਿਹਾਰ, ਰਾਜਸਥਾਨ, ਗੁਜਰਾਤ ਅਤੇ ਉੜੀਸਾ ਵਿੱਚ ਕਾਂਗਰਸ ਦੇ ਮੁਕਾਬਲੇ ਸੁਤੰਤਰ ਪਾਰਟੀ ਮੁੱਖ ਵਿਰੋਧੀ ਧਿਰ ਵਜੋਂ ਉੱਭਰੀ ਸੀ। ਇਸ ਤੋਂ ਬਾਅਦ 1967 ਦੀਆਂ ਚੋਣਾਂ ਵਿੱਚ ਸੁਤੰਤਰ ਪਾਰਟੀ ਹੋਰ ਕਾਮਯਾਬ ਹੋਈ ਅਤੇ 44 ਲੋਕ ਸਭਾ ਸੀਟਾਂ ਜਿੱਤੀਆਂ। ਇਸ ਦੌਰਾਨ ਇਸ ਪਾਰਟੀ ਨੂੰ ਕਾਂਗਰਸ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਸੀ। ਪਰ 1971 ਵਿੱਚ ਲੋਕ ਸਭਾ ਚੋਣਾਂ ਵਿੱਚ ਸੁਤੰਤਰ ਪਾਰਟੀ ਸਿਰਫ 8 ਸੀਟਾਂ ਤੱਕ ਹੀ ਜਿੱਤ ਸਕੀ, ਜਿਸ ਤੋਂ ਬਾਅਦ ਕਈ ਸੀਨੀਅਰ ਨੇਤਾਵਾਂ ਨੇ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ। ਫਿਰ 1972 ਵਿੱਚ ਰਾਜਗੋਪਾਲਾਚਾਰੀ ਦੇ 94 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ ਅਤੇ ਸਰਕਾਰੀ ਸਨਮਾਨਾਂ ਨਾਲ ਉਹਨਾਂ ਦਾ ਸੰਸਕਾਰ ਕੀਤਾ ਗਿਆ। ਰਾਜਗੋਪਾਲਾਚਾਰੀ ਦੇ ਦੇਹਾਂਤ ਤੋਂ ਬਾਅਦ ਪਾਰਟੀ ਹੌਲੀ-ਹੌਲੀ ਖਤਮ ਹੋ ਗਈ। 1974 ਵਿੱਚ ਸੁਤੰਤਰ ਪਾਰਟੀ ਦੇ ਬਹੁਤ ਸਾਰੇ ਮੈਂਬਰ ਕਾਂਗਰਸ ਪਾਰਟੀ ਦੇ ਖਿਲਾਫ ਚੌਧਰੀ ਚਰਨ ਸਿੰਘ ਦੀ ਅਗਵਾਈ ਵਾਲੀ ਪਾਰਟੀ ਭਾਰਤੀ ਲੋਕ ਦਲ ਵਿੱਚ ਸ਼ਾਮਿਲ ਹੋ ਗਏ ਅਤੇ ਇਸ ਤਰ੍ਹਾਂ ਸੁਤੰਤਰ ਪਾਰਟੀ ਦਾ ਅੰਤ ਹੋ ਗਿਆ। 4 ਜੂਨ 1783 ਨੂੰ ਦੋ ਭਰਾਵਾਂ ਨੇ ਮਿਲ ਕੇ ਪਹਿਲੀ ਵਾਰ ਗਰਮ ਹਵਾ ਦਾ ਗੁਬਾਰਾ ਉਡਾਇਆ ਸੀ। ਯੂਰਪ ਦੇ ਰਹਿਣ ਵਾਲੇ ਜੋਸਫ ਮਾਈਕਲ ਅਤੇ ਜੈਕ ਇਨ ਮੈਨਕਲਫਾਇਰ ਨੇ ਇੱਕ ਕਾਗਜ਼ ਦੇ ਬੈਗ ਨੂੰ ਇੱਕ ਗੁਬਾਰੇ ਦਾ ਆਕਾਰ ਦਿੱਤਾ ਸੀ। ਫਿਰ ਇਸ ਦੇ ਹੇਠਾਂ ਊਨ ਅਤੇ ਲੱਕੜ ਦੀਆਂ ਕਤਰਨ ਸਾੜ ਕੇ ਗਰਮ ਹਵਾ ਛੱਡੀ ਜਾਂਦੀ ਸੀ। ਇਸ ਤੋਂ ਬਾਅਦ ਗੁਬਾਰਾ ਆਸਮਾਨ ਵਿੱਚ ਉੱਡਣਾ ਸ਼ੁਰੂ ਕਰ ਦਿੰਦਾ ਹੈ। ਗੁਬਾਰਾ ਲਗਭਗ 1000 ਫੁੱਟ ਤੇ 10 ਮਿੰਟ ਤੱਕ ਲਗਾਤਾਰ ਉੱਡਦਾ ਰਹਿੰਦਾ ਹੈ। ਇਸ ਤੋਂ ਬਾਅਦ ਇਹ ਗੁਬਾਰਾ ਉਸ ਥਾਂ ਤੋਂ ਅੱਧਾ ਕਿਲੋਮੀਟਰ ਦੂਰ ਜ਼ਮੀਨ ਤੇ ਡਿੱਗ ਜਾਂਦਾ ਹੈ ਜਿੱਥੇ ਗੁਬਾਰਾ ਉੱਡਿਆ ਸੀ। ਗੁਬਾਰੇ ਦੀ ਇਸ ਪਹਿਲੀ ਉਡਾਨ ਤੇ ਦੋਵੇਂ ਭਰਾਵਾਂ ਨੇ ਇੰਨੇ ਉਤਸ਼ਾਹਿਤ ਸਨ ਕਿ ਬਾਅਦ ਵਿੱਚ ਉਹਨਾਂ ਨੇ ਗੁਬਾਰੇ ਦੇ ਹੇਠਾਂ ਇੱਕ ਟੋਕਰੀ ਬੰਨ੍ਹ ਦਿੱਤੀ ਅਤੇ ਉਸ ਵਿੱਚ ਇੱਕ ਕੁੱਕੜ, ਬੱਤਖ ਅਤੇ ਭੇਡਾਂ ਰੱਖ ਦਿੱਤੀਆਂ। ਇਹ ਗੁਬਾਰਾ ਵੀ 8 ਮਿੰਟ ਤੱਕ ਹਵਾ ਵਿੱਚ ਉੱਡਦਾ ਰਹਿੰਦਾ ਹੈ। ਜਾਨਵਰਾਂ ਤੋਂ ਬਾਅਦ ਲੋਕ ਵੀ ਇਸ ਗੁਬਾਰੇ ਵਿੱਚ ਬੈਠਦੇ ਹਨ। ਇਸ ਸਾਲ ਨਵੰਬਰ ਵਿੱਚ 2 ਵਿਅਕਤੀਆਂ ਨੂੰ ਬਿਠਾ ਕੇ ਉਸ ਨੂੰ ਹਵਾ ਵਿੱਚ ਉਡਾਇਆ ਗਿਆ ਸੀ। ਇਸ ਗਰਮ ਹਵਾ ਦੇ ਗੁਬਾਰੇ ਵਿੱਚ ਇਨਸਾਨਾਂ ਦੀ ਪਹਿਲੀ ਉਡਾਨ ਸੀ। 4 ਜੂਨ 2001 ਨੂੰ ਗਿਆਨੇਂਦਰ V ਵਿਕਰਮ ਸ਼ਾਹ ਨੇਪਾਲ ਦੇ ਨਵੇਂ ਰਾਜਾ ਬਣੇ ਸੀ। ਗਿਆਨੇਂਦਰ V ਵਿਕਰਮ ਸ਼ਾਹ ਦਾ ਨੇਪਾਲ ਦੀ ਗੱਦੀ ਤੇ ਬੈਠਣਾ ਮਜਬੂਰੀ ਸੀ। ਅਜਿਹਾ ਇਸ ਲਈ ਕਿਉਂਕਿ 1 ਜੂਨ 2001 ਨੂੰ ਨੇਪਾਲ ਦੇ ਯੁਵਰਾਜ ਦੀਪੇਂਦਰ ਨੇ ਸ਼ਰਾਬ ਪੀ ਕੇ ਸ਼ਾਹੀ ਪਰਿਵਾਰ ਦੇ 9 ਲੋਕਾਂ ਦਾ ਕਤਲ ਕਰ ਦਿੱਤਾ ਸੀ। ਇਸ ਕਤਲੇਆਮ ਵਿੱਚ ਉਹਨਾਂ ਦੇ ਪਿਤਾ ਰਾਜਾ ਵੀਰੇਂਦਰ, ਮਾਂ ਰਾਣੀ ਐਸ਼ਵਰਿਆ ਅਤੇ ਸ਼ਾਹੀ ਪਰਿਵਾਰ ਦੇ 7 ਲੋਕ ਮਾਰੇ ਗਏ ਸੀ। ਕਿਹਾ ਜਾਂਦਾ ਹੈ ਕਿ ਯੁਵਰਾਜ ਦੇ ਪ੍ਰਿੰਸ ਦੀਪੇਂਦਰ ਆਪਣੇ ਪ੍ਰੇਮਿਕਾ ਨਾਲ ਵਿਆਹ ਕਰਨਾ ਚਾਹੁੰਦੇ ਸਨ, ਪਰ ਸ਼ਾਹੀ ਪਰਿਵਾਰ ਇਸ ਦੇ ਖਿਲਾਫ ਸੀ। ਇਸ ਤੋਂ ਨਾਰਾਜ਼ ਹੋ ਕੇ ਉਹਨਾਂ ਨੇ ਆਪਣੇ ਹੀ ਪਰਿਵਾਰ ਨੂੰ ਗੋਲੇ ਨਾਲ ਭੁੰਨ ਦਿੱਤਾ। ਇਸ ਤੋਂ ਬਾਅਦ ਉਹਨਾਂ ਨੇ ਖੁਦ ਨੂੰ ਵੀ ਗੋਲੀ ਮਾਰੀ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਯੁਵਰਾਜ ਦੀਪੇਂਦਰ ਦੀ ਮੌਤ ਤੋਂ ਬਾਅਦ ਉਹਨਾਂ ਦੇ ਚਾਚਾ ਗਿਆਨੇਂਦਰ ਵੀਰ ਵਿਕਰਮ ਸ਼ਾਹ ਨੇ ਗੱਦੀ ਸੰਭਾਲੀ। ਉਹਨਾਂ ਨੇ ਸ਼ਾਹੀ ਪਰਿਵਾਰ ਦੀ ਦੇਖਭਾਲ ਕੀਤੀ ਅਤੇ ਸਿਰਫ 1 ਸਾਲ ਬਾਅਦ ਯਾਨੀ ਅਕਤੂਬਰ 2002 ਵਿੱਚ ਗਿਆਨੇਂਦਰ ਨੇ ਚੁਣੀ ਹੋਈ ਸਰਕਾਰ ਨੂੰ ਬਰਖਾਸਤ ਕਰ ਦਿੱਤਾ ਅਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ। 4 ਜੂਨ 1917 ਨੂੰ ਪੱਤਰਕਾਰੀ ਦੇ ਖੇਤਰ ਵਿੱਚ ਪਹਿਲੀ ਵਾਰ ਦਿੱਤਾ ਜਾਣ ਵਾਲਾ ਪੁਲਿਤਜ਼ਰ ਪੁਰਸਕਾਰ ਸ਼ੁਰੂ ਕੀਤਾ ਗਿਆ ਸੀ। ਇਹ ਪੁਰਸਕਾਰ ਉਹਨਾਂ ਪੱਤਰਕਾਰ ਸ਼ਖਸੀਅਤਾਂ ਨੂੰ ਦਿੱਤਾ ਜਾਂਦਾ ਹੈ
ਜਿਨ੍ਹਾਂ ਨੇ ਸੰਗੀਤ ਅਤੇ ਸਾਹਿਤ ਦੇ ਖੇਤਰ ਵਿੱਚ ਜ਼ਿਕਰਯੋਗ ਕੰਮ ਕੀਤਾ ਹੋਵੇ। ਪੱਤਰਕਾਰੀ ਦੇ ਖੇਤਰ ਵਿੱਚ ਇਹ ਅਮਰੀਕਾ ਦਾ ਸਭ ਤੋਂ ਵੱਕਾਰੀ ਪੁਰਸਕਾਰ ਹੈ। ਇਸ ਵਿੱਚ ਕੁੱਲ 21 ਸ਼੍ਰੇਣੀਆਂ ਹਨ ਅਤੇ ਕੋਲੰਬੀਆ ਯੂਨੀਵਰਸਿਟੀ ਇਹ ਪੂਰੀ ਜ਼ਿੰਮੇਵਾਰੀ ਸੰਭਾਲਦੀ ਹੈ ਕਿ ਇਹ ਪੁਰਸਕਾਰ ਕਿਸ ਨੂੰ ਦਿੱਤਾ ਜਾਣਾ ਹੈ। ਦੱਸਿਆ ਜਾਂਦਾ ਹੈ ਕਿ ਇਹ ਪੁਰਸਕਾਰ ਅਮਰੀਕਾ ਦੇ ਮਸ਼ਹੂਰ ਪੱਤਰਕਾਰ ਜੋਸਫ ਪੁਲਟੀਜ਼ਰ ਦੇ ਨਾਂ ਤੇ ਦਿੱਤਾ ਜਾਂਦਾ ਹੈ। ਉਹਨਾਂ ਨੇ ਸੈਂਟ ਲੂਇਸ ਪੋਸਟ ਡਿਸਪੈਚ ਅਤੇ ਨਿਊਯਾਰਕ ਵਰਲਡ ਨਾਂ ਦੇ 2 ਅਖਬਾਰ ਸ਼ੁਰੂ ਕੀਤੇ। ਹਰ ਸਾਲ 1917 ਵਿੱਚ ਇਹ ਪੁਰਸਕਾਰ ਰਿਚਰਡਸ ਅਤੇ ਮੌਡ ਹੋਵੇ ਇਲੀਟ ਨੂੰ ਦਿੱਤਾ ਗਿਆ ਸੀ। ਇਹ ਦੋਵੇਂ ਭੈਣਾਂ ਸਨ ਅਤੇ ਆਪਣੀ ਮਾਂ ਜੂਲੀਆ ਵਾਰਡ ਹੋਪ ਤੇ ਜੀਵਨੀ ਲਿਖੀ ਸੀ। 4 ਜੂਨ 1999 ਨੂੰ ਚੀਨ ਦੇ ਆਪਣੇ ਹੀ ਨਾਗਰਿਕਾਂ ਦੇ ਖਿਲਾਫ ਫੌਜਾਂ ਉਤਾਰੀਆਂ ਸੀ। ਚੀਨ ਨੇ ਬੀਜਿੰਗ ਥਿਆਨਮਨ ਚੌਂਕ ਤੇ ਹਜ਼ਾਰਾਂ ਵਿਦਿਆਰਥੀ ਅਤੇ ਚੀਨੀ ਲੋਕ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸਨ। ਫਿਰ ਉੱਥੇ ਮੌਜੂਦ ਫੌਜ ਨੇ ਲੋਕਾਂ ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ, ਜਿਸ ਵਿੱਚ ਘੱਟੋ-ਘੱਟ 10,000 ਲੋਕ ਮਾਰੇ ਗਏ ਸਨ। ਇਸ ਆંકੜੇ ਤੇ ਅਜੇ ਵੀ ਬਹਿਸ ਜਾਰੀ ਹੈ, ਕਿਉਂਕਿ ਹੁਣ ਤੱਕ ਚੀਨ ਨੇ ਇਸ ਮੁੱਦੇ ਤੇ ਕਦੇ ਵੀ ਖੁੱਲ੍ਹ ਕੇ ਗੱਲ ਨਹੀਂ ਕੀਤੀ ਅਤੇ ਨਾ ਹੀ ਸਹੀ ਆંકੜੇ ਨੂੰ ਜਨਤਕ ਕੀਤਾ ਹੈ। ਚੀਨ ਨੇ ਸਿਰਫ 200 ਲੋਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਕਿਹਾ ਜਾਂਦਾ ਹੈ ਕਿ ਚੀਨ ਦੇ ਕਮਿਊਨਿਸਟ ਨੇਤਾ ਡੈਂਗ ਸ਼ਿਆਓਪਿੰਗ ਨੇ ਦੇਸ਼ ਵਿੱਚ ਕਈ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਕੀਤੀ ਸੀ, ਜਿਸ ਕਾਰਨ ਚੀਨ ਦੀ ਅਰਥਵਿਵਸਥਾ ਨੂੰ ਤੇਜ਼ੀ ਮਿਲੀ। ਪਰ ਇਸ ਦੇ ਨਾਲ ਹੀ ਭ੍ਰਿਸ਼ਟਾਚਾਰ, ਮਹਿੰਗਾਈ ਅਤੇ ਰੋਜ਼ਗਾਰ ਵਰਗੀਆਂ ਸਮੱਸਿਆਵਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ। ਇੱਥੇ ਹੌਲੀ-ਹੌਲੀ ਚੀਨੀ ਲੋਕ ਦੂਜੇ ਲੋਕਤੰਤਰੀ ਦੇਸ਼ਾਂ ਤੋਂ ਪ੍ਰਭਾਵਿਤ ਹੋਣ ਲੱਗੇ। ਚੀਨੀ ਨੇਤਾ ਡੈਂਗ ਸ਼ਿਆਓਪਿੰਗ ਨੇ ਇਸ ਸਭ ਲਈ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਹੂ ਯਾਓਵਾਂਗ ਨੂੰ ਜ਼ਿੰਮੇਵਾਰ ਠਹਿਰਾਇਆ, ਕਿਉਂਕਿ ਉਹ ਵੀ ਸਨ ਜਿਨ੍ਹਾਂ ਨੇ ਸਿਆਸੀ ਸੁਧਾਰਾਂ ਤੇ ਖੁੱਲ੍ਹ ਕੇ ਗੱਲ ਕੀਤੀ ਸੀ। ਜਦੋਂ ਉਸੇ ਸਾਲ ਅਪ੍ਰੈਲ ਵਿੱਚ ਹੂ ਯਾਓਵਾਂਗ ਦੀ ਅਚਾਨਕ ਮੌਤ ਹੋ ਗਈ, ਇਸ ਲਈ ਹਜ਼ਾਰਾਂ ਲੋਕ ਬੀਜਿੰਗ ਦੇ ਥਿਆਨਮਨ ਚੌਂਕ ਤੇ ਉਸ ਨੂੰ ਸ਼ਰਧਾਂਜਲੀ ਦੇਣ ਅਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ। ਇਸ ਤੋਂ ਬਾਅਦ ਚੀਨ ਦੀ ਸਰਕਾਰ ਨੇ ਫੌਜ ਦੀ ਮਦਦ ਨਾਲ ਉਹਨਾਂ ਨੂੰ ਖਦੇੜ ਦਿੱਤਾ, ਜਿਸ ਕਾਰਨ ਹਜ਼ਾਰਾਂ ਲੋਕ ਮਾਰੇ ਗਏ।